हेलो एवरीवन वेलकम टू द ਸੈਸ਼ਨ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 5th ਕਲਾਸ ਦਾ 6th ਚੈਪਟਰ ਅਰਥ ਆਰ ਹੋਮ ਟੂ। ਧਰਤੀ ਇਹ ਵੀ ਸਾਡਾ ਘਰ ਹੈਗਾ। The increasing pollution has badly affected wildlife. ਵਧਦੀ ਆਬਾਦੀ ਨੇ ਜੰਗਲੀ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। Knowingly and unknowingly, man has caused much harm to it to fulfill his needs. ਜਾਣੇ ਅਣਜਾਣੇ ਵਿੱਚ ਮਨੁੱਖ ਨੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਇਸ ਦਾ ਬਹੁਤ ਨੁਕਸਾਨ ਕੀਤਾ ਹੈ। Let us learn in this lesson that our wildlife is in danger and what role we can play for it. ਆਓ ਇਸ ਸਬਕ ਵਿੱਚ ਸਿੱਖੀਏ ਕਿ ਸਾਡਾ ਜਿਹੜੇ ਜੰਗਲੀ ਜਾਨਵਰ ਹੈਗੇ ਨੇ ਉਹ ਕਿੰਨੇ ਖਤਰੇ ਦੇ ਵਿੱਚ ਹੈਗੇ ਨੇ ਤੇ ਅਸੀਂ ਉਸ ਦੇ ਵਿੱਚ ਕੀ ਭੂਮਿਕਾ ਨਿਭਾਈ ਹੈ। ਟਿੰਕੂ was sitting with his parents and was doing his homework. ਟਿੰਕੂ ਆਪਣੇ ਮਾਪਿਆਂ ਨਾਲ ਬੈਠਾ ਘਰ ਵਿੱਚ ਆਪਣਾ ਹੋਮਵਰਕ ਕਰ ਰਿਹਾ ਸੀ, ਸਕੂਲ ਦਾ ਕੰਮ ਕਰ ਰਿਹਾ ਸੀ। Suddenly he recalled something and asked his mother, "Mother, do you know what date is it tomorrow?" ਤੇ ਅਚਾਨਕ ਉਸਨੂੰ ਕੁਝ ਯਾਦ ਆਇਆ ਤੇ ਉਸਨੇ ਆਪਣੇ ਮਾਤਾ ਜੀ ਨੂੰ ਪੁੱਛਿਆ, ਮਾਤਾ ਜੀ ਤੁਹਾਨੂੰ ਪਤਾ ਹੈ ਕੱਲ ਕਿਹੜੀ ਤਰੀਕ ਹੈ? ਮਦਰ, tomorrow is 2nd October। ਤੇ ਮਾਤਾ ਜੀ ਨੇ ਕਿਹਾ ਵੀ ਕੱਲ 2 ਅਕਤੂਬਰ ਹੈ। ਟਿੰਕੂ, guess what is special tomorrow? ਸੋਚੋ ਕੱਲ ਕੀ ਖਾਸ ਹੈਗਾ? ਮਦਰ, tomorrow it's ਗਾਂਧੀ ਜਯੰਤੀ। what is the matter? ਮਾਤਾ ਜੀ ਕਹਿੰਦੇ ਨੇ ਕੱਲ ਗਾਂਧੀ ਜਯੰਤੀ ਹੈ। ਮਾਮਲਾ ਕੀ ਹੈ, ਗੱਲ ਕੀ ਹੈ, ਦੱਸ ਤਾਂ ਸਹੀ। ਟਿੰਕੂ, ਮਦਰ, my teacher told that wildlife conservation week is also going to start from tomorrow। ਟਿੰਕੂ ਨੇ ਦੱਸਿਆ ਵੀ ਮੇਰੇ ਅਧਿਆਪਕਾਂ ਨੇ ਮੈਨੂੰ ਦੱਸਿਆ ਸੀ ਕਿ ਕੱਲ ਤੋਂ ਜੰਗਲੀ ਜੀਵ ਸੁਰੱਖਿਆ ਹਫਤਾ ਵੀ ਸ਼ੁਰੂ ਹੋਣ ਜਾ ਰਿਹਾ ਹੈ। Therefore, speech and drawing competitions are being organized in our school। ਇਸ ਲਈ ਸਾਡੇ ਸਕੂਲ ਵਿੱਚ ਭਾਸ਼ਣ ਅਤੇ ਡਰਾਇੰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। I will also make Sheru's, Tinku's pet portrait। ਤੇ ਮੈਂ ਵੀ ਸ਼ੇਰੂ, ਜੋ ਮੇਰਾ ਟਿੰਕੂ ਦਾ ਜਿਹੜਾ ਪਾਲਤੂ ਜਾਨਵਰ ਸੀ, ਉਸਦੀ ਫੋਟੋ ਜਾਂ ਉਸਦਾ ਪੋਰਟਰੇਟ ਵੀ ਬਣਾਵਾਂਗਾ। Mother, yes my son, your father is also getting ready to celebrate wildlife conservation week। ਤੇ ਮਾਤਾ ਜੀ ਦੱਸਦੇ ਨੇ, ਹਾਂ ਪੁੱਤਰ, ਤੇਰੇ ਪਿਤਾ ਜੀ ਵੀ ਇਸੇ ਦੀ ਤਿਆਰੀ ਕਰਨ ਦੇ ਵਿੱਚ ਸ਼ਾਮਲ ਹੈਗੇ ਨੇ। ਟਿੰਕੂ, but father does not study at school। ਤੇ ਟਿੰਕੂ ਕਹਿੰਦਾ ਪਰ ਪਿਤਾ ਜੀ ਸਕੂਲ ਤਾਂ ਨਹੀਂ ਪੜ੍ਹਦੇ, ਉਹ ਕਿਵੇਂ ਤਿਆਰੀ ਕਰ ਰਹੇ ਨੇ? ਮਦਰ, yes but he is a forest officer। ਹਾਂ ਪੁੱਤ, ਪਰ ਉਹ ਜਿਹੜੇ ਫੋਰੈਸਟ ਹੈਗੇ ਨੇ, ਜੰਗਲ ਹੈਗੇ ਨੇ, ਉੱਥੇ ਇੱਕ ਅਫਸਰ ਹੈਗੇ ਨੇ। His department doesn't only take care of the trees but also work for the safety of animals। ਤੇ ਉਹਨਾਂ ਦਾ ਵਿਭਾਗ ਸਿਰਫ ਰੁੱਖਾਂ ਦੀ ਹੀ ਨਹੀਂ ਦੇਖਭਾਲ ਕਰਦਾ, ਸਗੋਂ ਜਾਨਵਰਾਂ ਦੀ ਸੁਰੱਖਿਆ ਲਈ ਵੀ ਕੰਮ ਕਰਦਾ ਹੈ। ਟਿੰਕੂ, ਪਾਪਾ will you also make paintings? ਤੇ ਟਿੰਕੂ ਪੁੱਛਦਾ ਹੈ, ਪਾਪਾ ਕੀ ਤੁਸੀਂ ਵੀ ਪੇਂਟਿੰਗ ਬਣਾਓਗੇ? ਪਾਪਾ, no ਟਿੰਕੂ, painting, songs, poem recitation, speech competitions are only the ways to celebrate। ਨਹੀਂ ਟਿੰਕੂ, ਚਿੱਤਰਕਾਰੀ, ਗੀਤ, ਕਵਿਤਾ ਉਚਾਰਨ, ਭਾਸ਼ਣ ਮੁਕਾਬਲੇ ਹੀ ਮਨਾਉਣ ਦੇ ਤਰੀਕੇ ਹਨ। Actually, the aim of that day or week is to make people aware of a particular subject। ਅਸਲ ਵਿੱਚ ਉਸ ਦਿਨ ਜਾਂ ਹਫਤੇ ਦਾ ਉਦੇਸ਼ ਲੋਕਾਂ ਨੂੰ ਕਿਸੇ ਵਿਸ਼ੇਸ਼ ਗੱਲ ਬਾਰੇ ਜਾਗਰੂਕ ਕਰਨਾ ਹੁੰਦਾ ਹੈ। ਟਿੰਕੂ, but about what are you going to make people aware of during this week? ਪਰ ਤੁਸੀਂ ਇਸ ਦੌਰਾਨ ਲੋਕਾਂ ਨੂੰ ਕਿਸ ਬਾਰੇ ਜਾਗਰੂਕ ਕਰਨ ਜਾ ਰਹੇ ਹੋ ਇਸ ਹਫਤੇ ਦੇ ਵਿੱਚ? ਪਾਪਾ, about all wild animals। ਪਿਤਾ ਜੀ ਦੱਸਦੇ ਨੇ ਸਾਰੀ ਜੰਗਲੀ ਜਾਨਵਰਾਂ ਬਾਰੇ। ਟਿੰਕੂ, tomorrow you may come to know that many animal species have become extinct and many are on the verge of extinction।
ਤੇ ਕੱਲ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਕਈ ਜਾਨਵਰ ਜਿਹੜੀਆਂ ਉਹਨਾਂ ਦੀਆਂ ਕਿਸਮਾਂ ਹੈਗੀਆਂ ਨੇ ਉਹ ਆਲੋਪ ਹੋ ਚੁੱਕੀਆਂ ਹਨ ਅਤੇ ਕਈ ਆਲੋਪ ਹੋਣ ਦੀ ਕਗਾਰ ਤੇ ਹਨ। The saddest part is that human beings are responsible for this. ਤੇ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਇਸ ਲਈ ਮਨੁੱਖ ਹੀ ਜ਼ਿੰਮੇਦਾਰ ਹੈ। Our national animal tiger is also in danger. ਤੇ ਸਾਡਾ ਰਾਸ਼ਟਰੀ ਪਸ਼ੂ ਟਾਈਗਰ ਵੀ ਖਤਰੇ ਵਿੱਚ ਹੈ। Decreasing number and extinction of animals is a matter of great worry. ਜਾਨਵਰਾਂ ਦੀ ਘਟਦੀ ਗਿਣਤੀ ਅਤੇ ਖਤਮ ਹੋਣਾ ਬਹੁਤ ਚਿੰਤਾ ਦਾ ਵਿਸ਼ੇ ਹੈ। Let us learn what are the reasons for the extinction of animals. ਆਓ ਜਾਣਦੇ ਹਾਂ ਜਾਨਵਰਾਂ ਦੇ ਲੁਪਤ ਹੋਣ ਦੇ ਕੀ ਕਾਰਨ ਹਨ। ਪਹਿਲਾ, shortage of habitat. ਆਵਾਸ ਦੀ ਘਾਟ, ਜਿੱਥੇ ਉਹ ਰਹਿੰਦੇ ਨੇ ਉਹ ਘਟਦਾ ਜਾ ਰਿਹਾ। Man damages the natural habitats of animals for the construction of buildings and roads. ਮਨੁੱਖ ਇਮਾਰਤਾਂ ਤੇ ਸੜਕਾਂ ਦੇ ਨਿਰਮਾਣ ਲਈ ਜਾਨਵਰਾਂ ਦੇ ਕੁਦਰਤੀ ਨਿਵਾਸ ਸਥਾਨਾਂ ਨੂੰ ਨੁਕਸਾਨ ਪਹੁੰਚਾਉਂਦਾ ਜਾ ਰਿਹਾ ਹੈ। So they become prey to other animals roaming here and there. ਇਸ ਲਈ ਉਹ ਇੱਧਰ ਉੱਧਰ ਘੁੰਮਦੇ ਹੋਏ ਹੋਰ ਜਾਨਵਰਾਂ ਦਾ ਸ਼ਿਕਾਰ ਹੋ ਜਾਂਦੇ ਹਨ। They are also killed if they enter human colonies. ਜੇ ਉਹ ਮਨੁੱਖੀ ਬਸਤੀਆਂ ਵਿੱਚ ਦਾਖਲ ਹੁੰਦੇ ਨੇ ਤਾਂ ਉੱਥੇ ਵੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। Second, scarcity of food. ਭੋਜਨ ਦੀ ਕਮੀ, ਖਾਣ ਦੀ ਕਮੀ। Because of scarcity of food, animals become weak and sick and then they die. ਭੋਜਨ ਦੀ ਕਮੀ ਕਾਰਨ ਜਾਨਵਰ ਕਮਜ਼ੋਰ ਹੋ ਜਾਂਦੇ ਹਨ, ਬਿਮਾਰ ਹੋ ਜਾਂਦੇ ਨੇ ਤੇ ਫਿਰ ਉਹ ਮਰ ਜਾਂਦੇ ਨੇ। Third, change in climatic condition. ਮੌਸਮੀ ਸਥਿਤੀਆਂ ਵਿੱਚ ਤਬਦੀਲੀ ਆਉਣ ਕਰਕੇ। The animals cannot tolerate the sudden change in climate, so they meet their death. ਜਾਨਵਰ ਜਲਵਾਯੂ ਵਿੱਚ ਅਚਾਨਕ ਤਬਦੀਲੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਇਸ ਲਈ ਉਹ ਆਪਣੀ ਮੌਤ ਨੂੰ ਸੰਜੋਗ ਦੇ ਦਿੰਦੇ ਨੇ, ਉਹਨਾਂ ਨੂੰ ਮੌਤ ਮਿਲਦੀ ਹੈ। Natural calamities, ਕੁਦਰਤੀ ਆਫਤਾਂ। The animals die in large number due to flood, forest fire, drought, etc. ਹੜ੍ਹਾਂ ਕਾਰਨ ਤੇ ਬਹੁਤ ਹੋਰ ਚੀਜ਼ਾਂ, ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਜੰਗਲ ਵਿੱਚ ਅੱਗ ਲੱਗਣ ਕਾਰਨ ਜਾਂ ਸੁੱਕਾ ਪੈ ਜਾਣ ਕਾਰਨ ਵੀ ਜਾਨਵਰਾਂ ਦੀ ਮੌਤ ਹੋ ਜਾਂਦੀ ਹੈ। ਨੈਕਸਟ, ਅਨਲਿਮਿਟਿਡ ਹੰਟਿੰਗ ਆਫ ਐਨੀਮਲਸ। ਜਾਨਵਰਾਂ ਦਾ ਬੇਅੰਤ ਸ਼ਿਕਾਰ ਕਰਨਾ। Their number has decreased because of unlimited hunting by human beings. ਮਨੁੱਖਾਂ ਦੁਆਰਾ ਬੇਅੰਤ ਸ਼ਿਕਾਰ ਕਰਕੇ ਉਹਨਾਂ ਦੀ ਗਿਣਤੀ ਘਟ ਗਈ ਹੈ। In this way, there are many reasons that result in the decreasing number of animals. ਇਸ ਤਰ੍ਹਾਂ ਕਈ ਕਾਰਨ ਹਨ ਜਿਸ ਦੇ ਨਤੀਜੇ ਵਜੋਂ ਜਾਨਵਰਾਂ ਦੀ ਗਿਣਤੀ ਘਟ ਰਹੀ ਹੈ। ਇੱਥੇ ਬਣਾਇਆ ਹੋਇਆ ਨੈਸ਼ਨਲ ਐਨੀਮਲ ਆਫ ਇੰਡੀਆ ਟਾਈਗਰ, ਰਾਸ਼ਟਰੀ ਐਨੀਮਲ ਜਾਨਵਰ ਜੋ ਕਿ ਹੈਗਾ ਟਾਈਗਰ। ਅੱਗੇ ਚੱਲਦੇ ਹਾਂ। ਟਾਈਗਰ ਇਜ਼ ਦ ਨੈਸ਼ਨਲ ਐਨੀਮਲ ਆਫ ਇੰਡੀਆ। ਟਾਈਗਰ ਭਾਰਤ ਦਾ ਰਾਸ਼ਟਰੀ ਜਾਨਵਰ ਹੈ। It is the biggest member of cat family and a skillful hunter. ਇਹ ਬਿੱਲੀ ਦੇ ਪਰਿਵਾਰ ਦਾ ਸਭ ਤੋਂ ਵੱਡਾ ਮੈਂਬਰ ਹੈ ਅਤੇ ਇੱਕ ਹੁਨਰ ਇਹਦੇ ਵਿੱਚ ਬਹੁਤ ਵਧੀਆ ਹੈ ਜੋ ਕਿ ਹੈ ਸ਼ਿਕਾਰ ਕਰਨਾ। It can weigh up to 300 kgs. ਇਸ ਦਾ ਵਜ਼ਨ 300 ਕਿਲੋ ਤੱਕ ਹੋ ਸਕਦਾ ਹੈ। It is brownish yellow in color and its chest is white. ਇਹ chest ਹੁੰਦੀ ਹੈ ਜੋ ਕਿ ਚਿੱਟੀ ਹੈ ਤੇ ਬਾਕੀ ਦਾ ਇਹਦਾ ਜਿਹੜਾ ਹਿੱਸਾ ਹੈਗਾ ਰੰਗ ਭੂਰਾ ਜਾਂ ਪੀਲਾ ਜਿਹਾ ਹੁੰਦਾ ਹੈ ਤੇ ਛਾਤੀ ਚਿੱਟੀ ਹੁੰਦੀ ਹੈ। It has black strips on its body. ਆ ਦੇਖੋ, ਇਸ ਦੇ ਸਰੀਰ ਤੇ ਕਾਲੀਆਂ ਤਾਰੀਆਂ ਹੁੰਦੀਆਂ ਹਨ। Many people do not know the difference between lion, tiger and leopard. ਆ ਦੇਖੋ ਤਸਵੀਰ, ਟਾਈਗਰ, ਲੈਪਰਡ ਤੇ ਇਹ ਹੈਗਾ ਲਾਇਨ। ਬਹੁਤ ਸਾਰੇ ਲੋਕ ਸ਼ੇਰ, ਬਾਘ ਅਤੇ ਚੀਤੇ ਵਿੱਚ ਫਰਕ ਨਹੀਂ ਜਾਣਦੇ। They take lion and tiger as the same animal. ਉਹ ਸ਼ੇਰ ਅਤੇ ਬਾਘ ਨੂੰ ਇੱਕੋ ਜਾਨਵਰ ਮੰਨਦੇ ਹਨ। Let us see the pictures of all the three and try to differentiate.
आओ देखिए सारियां जानवरां दी इन्हां तिन्नां दी तस्वीरां ਅਤੇ ਵੱਖ-ਵੱਖ ਇਹਨਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰੀਏ। For teacher, teacher can tell students that there are black strips on tiger's body. ਅਧਿਆਪਕ ਵਿਦਿਆਰਥੀਆਂ ਨੂੰ ਦੱਸ ਸਕਦਾ ਹੈ ਕਿ ਬਾਘ ਜਿਹਨੂੰ ਆਪਾਂ ਟਾਈਗਰ ਕਹਿੰਦੇ ਆ ਉਸਦੇ ਸਰੀਰ ਤੇ ਕਾਲੀਆਂ ਪੱਟੀਆਂ ਹੁੰਦੀਆਂ ਹਨ। Leopard's body is marked with black spots. ਤੇ ਜੇ ਆਪਾਂ ਗੱਲ ਕਰੀਏ ਚੀਤੇ ਦੀ ਉਹਦੇ ਸਰੀਰ ਤੇ ਕਾਲੀ ਬਿੰਦੀਆਂ ਦੇ ਨਿਸ਼ਾਨ ਹੁੰਦੇ ਨੇ। Whereas lion doesn't have any of these marks. जबकि शेर दे शरीर ते इन्हां चो कोई भी निशान नहीं होंदे। Lion has thick mane around its neck. Mane तो भाव हैगा मोटे मोटे बाल। आ देखो इत्थे इहदे बाल हैगे ने गर्दन दे आले दुआले। ठीक है बच्चों, आगे चलते हैं। The smelling power of tiger is very strong. बाघ दी सूंघण ਦੀ ਜਿਹੜੀ ਸ਼ਕਤੀ ਹੁੰਦੀ ਹੈ ਉਹ ਬਹੁਤ ਤੇਜ਼ ਹੁੰਦੀ ਹੈ। A tiger has its own fixed area which can be 10 km to 20 km. This area depends upon the availability of food. ਤੇ ਜਿਹੜਾ ਬਾਘ ਹੈਗਾ ਉਹਦਾ ਆਪਣਾ ਇਲਾਕਾ ਹੁੰਦਾ ਹੈ ਜਿਹੜਾ ਕਿ 10 ਤੋਂ 20 ਕਿਲੋਮੀਟਰ ਤੱਕ ਹੁੰਦਾ ਹੈ। ਇਹ ਖੇਤਰ ਭੋਜਨ ਤੇ ਨਿਰਭਰ ਕਰਦਾ ਹੈ ਵੀ ਕਿੰਨਾ ਭੋਜਨ ਉੱਥੇ ਉਪਲਬਧ ਹੈਗਾ। Tiger leaves the smell of its urine to mark its territory. ਤੇ ਆਪਣਾ ਖੇਤਰ ਤੇ ਉਸ ਤੇ ਨਿਸ਼ਾਨੀ ਲਾਉਣ ਦੇ ਲਈ ਉਹ ਯੂਰਿਨ ਦੀ ਸਮੈਲ ਛੱਡ ਦਿੰਦਾ ਹੈ ਜਦੋਂ ਪਿਸ਼ਾਬ ਕਰਦਾ ਹੈ ਉੱਥੇ। ਠੀਕ ਹੈ ਬੱਚਿਓ, ਅੱਗੇ ਚੱਲਦੇ ਹਾਂ। This smell alerts other tigers. ਤੇ ਇਹ ਜਿਹੜੀ ਖੁਸ਼ਬੂ ਜਾਂ ਬਦਬੂ ਹੁੰਦੀ ਹੈ ਦੂਜੇ ਬਾਘਾਂ ਨੂੰ ਸੁਚੇਤ ਕਰ ਦਿੰਦੀ ਹੈ ਵੀ ਇਹ ਇਲਾਕਾ ਦੂਜੇ ਬਾਘ ਦਾ ਹੈ। Hearing power of tiger is also very amazing. ਬਾਘ ਦੀ ਸੁਣਨ ਦੀ ਸ਼ਕਤੀ ਵੀ ਬਹੁਤ ਵਧੀਆ ਹੁੰਦੀ ਹੈ। It can distinguish between the rattling sound of leaves and the sound produced by animals hidden in the bushes. ਤੇ ਇਹ ਪੱਤਿਆਂ ਦੀ ਆਵਾਜ਼ ਨੂੰ ਅਲੱਗ ਪਛਾਣ ਸਕਦਾ ਹੈ। ਜਦ ਪੱਤੇ ਹਿਲਦੇ ਨੇ ਛੜਕਣ ਦੀ ਆਵਾਜ਼ ਉਹਨਾਂ ਦੀ ਤੇ ਨਾਲ ਦੀ ਨਾਲ ਝਾੜੀਆਂ ਵਿੱਚ ਲੁਕੇ ਜਾਨਵਰਾਂ ਦੁਆਰਾ ਪੈਦਾ ਕੀਤੀ ਆਵਾਜ਼ ਵਿੱਚ ਵੀ ਇਹ ਫਰਕ ਕਰ ਸਕਦਾ ਹੈ। It can move both the ears in different directions to hear far off sounds. ਤੇ ਨਾਲ ਦੀ ਨਾਲ ਇਹ ਦੂਰੋਂ ਆਉਣ ਵਾਲੀ ਆਵਾਜ਼ਾਂ ਨੂੰ ਸੁਣਨ ਲਈ ਦੋਹਾਂ ਕੰਨਾਂ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਵੀ ਹਿਲਾ ਸਕਦਾ ਹੈ। Isn't it amazing? ਹੈ ਕਿ ਨਹੀਂ ਹੈਰਾਨ ਕਰ ਦੇਣ ਵਾਲੀ ਗੱਲ? Its roar can be heard at far off places up to 3 kilometers. ਤੇ ਇਸ ਦੀ ਗਰਜ, roar ਤੋਂ ਭਾਵ ਹੈ ਗਰਜ, ਦੂਰ ਦੂਰ ਤੱਕ ਸੁਣਾਈ ਦਿੰਦੀ ਹੈ, ਲਗਭਗ 3 ਕਿਲੋਮੀਟਰ ਤੱਕ। A tiger can also change its voice according to the situation. ਤੇ ਇਹ ਜਿਹੜਾ ਬਾਘ ਹੁੰਦਾ ਹੈ ਇਹ ਸਥਿਤੀ ਅਨੁਸਾਰ ਆਪਣੀ ਆਵਾਜ਼ ਵੀ ਬਦਲ ਸਕਦਾ ਹੈ। Its eyes are able to see easily at night. ਤੇ ਇਸ ਦੀਆਂ ਅੱਖਾਂ ਰਾਤ ਨੂੰ ਵੀ ਆਸਾਨੀ ਨਾਲ ਦੇਖ ਸਕਦੀਆਂ ਨੇ ਚੀਜ਼ਾਂ ਨੂੰ। It can see 6 times better than human. ਹਾਂਜੀ, ਇਹ ਮਨੁੱਖ ਨਾਲੋਂ 6 ਗੁਣਾ ਵਧੀਆ ਤਰੀਕੇ ਦੇ ਨਾਲ ਦੇਖ ਸਕਦਾ ਹੈ। Can you see in the dark? ਕੀ ਤੁਸੀਂ ਹਨੇਰੇ ਵਿੱਚ ਦੇਖ ਸਕਦੇ ਹੋ? Tigers whiskers help to find and locate the prey at night. Whiskers ਤੋਂ ਭਾਵ ਹੁੰਦਾ ਹੈ ਮੁੱਛਾਂ ਉਹਨਾਂ ਦੀਆਂ ਜਿਹੜੀਆਂ ਹੁੰਦੀਆਂ ਨੇ ਉਹ ਰਾਤ ਨੂੰ ਵੀ ਉਹਨਾਂ ਨੂੰ ਚੇਤਾਵਨੀ ਦੇ ਦਿੰਦੀਆਂ ਨੇ ਵੀ ਉਹਨਾਂ ਦਾ ਸ਼ਿਕਾਰ ਕਿੱਥੇ ਛੁਪਿਆ ਹੋਇਆ ਤੇ ਉਸ ਨੂੰ ਲੱਭਣ ਵਿੱਚ ਵੀ ਮਦਦ ਕਰਦੀਆਂ ਨੇ। Its whiskers feel the vibration caused by air to locate position of the prey. ਹਾਂਜੀ, ਇਸ ਦੀਆਂ ਮੁੱਛਾਂ ਸ਼ਿਕਾਰ ਦੀ ਸਥਿਤੀ ਦਾ ਪਤਾ ਲਗਾਉਣ ਵਿੱਚ ਵੀ ਉਹਨਾਂ ਦੀਆਂ ਮਦਦ ਕਰਦੀਆਂ ਨੇ ਤੇ ਉਹ ਮਹਿਸੂਸ ਕਰਵਾਉਂਦੀਆਂ ਨੇ ਉਹਨਾਂ ਨੂੰ ਹਵਾ ਦੇ ਝੋਂਕਿਆਂ ਦੇ ਨਾਲ। ਬਿਲਕੁਲ ਜੀ। Many other animals use this efficiency to catch the prey, to assess the danger, and to find the way to their destination. ਤੇ ਨਾਲ ਦੀ ਨਾਲ ਦੱਸਿਆ ਗਿਆ ਕਈ ਹੋਰ ਜਾਨਵਰ ਵੀ ਇਸ ਜਿਹੜੇ ਵਿਸਕਰਸ ਹੁੰਦੇ ਨੇ ਮੁੱਛਾਂ ਦੀ ਵਰਤੋਂ ਕਰਦੇ ਨੇ ਸ਼ਿਕਾਰ ਨੂੰ ਫੜਨ ਦੇ ਵਿੱਚ, ਆਪਣੇ ਖੇਤਰ ਨੂੰ ਲੱਭਣ ਦੇ ਵਿੱਚ ਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਜਾਂ ਕੋਈ ਖਤਰਾ ਨਾਪਣ ਦੇ ਲਈ ਵੀ ਉਸਦੀ
ਮਦਦ ਆਉਂਦੇ ਨੇ। Can you name such animals? ਕੀ ਤੁਸੀਂ ਅਜਿਹੇ ਜਾਨਵਰਾਂ ਦੇ ਨਾਂ ਦੱਸ ਸਕਦੇ ਹੋ ਜੋ ਆਪਣੀ ਮੁੱਛਾਂ ਜਾਂ ਵਿਸਕਸ ਦਾ ਇਸਤੇਮਾਲ ਕਰਦੇ ਨੇ ਆਪਣੇ ਸ਼ਿਕਾਰ ਨੂੰ ਲੱਭਣ ਦੇ ਲਈ, ਖਤਰਾ ਨਾਪਣ ਦੇ ਲਈ ਜਾਂ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਲਈ? ਹੋਰ ਜਾਨਵਰ ਜੋ ਵਿਸਕਸ ਇਸਤੇਮਾਲ ਕਰਦੇ ਨੇ ਉਹ ਹੈਗੇ ਨੇ ਰੈਟਸ, ਕੈਟਸ ਤੇ ਲਾਇਨ। ਅੱਗੇ ਚੱਲਦੇ ਹਾਂ, ਟਾਈਗਰ ਇਨ ਡੇਂਜਰ। ਜਦ ਬਾਗ ਖਤਰੇ ਵਿੱਚ ਹੁੰਦਾ ਹੈ ਤਾਂ ਕੀ ਹੁੰਦਾ ਹੈ? Despite being skillful and active, tiger is becoming prey to some greedy people. ਕੁਸ਼ਲ ਤੇ ਸਰਗਰਮ ਜਾਂ ਤੇਜ਼ ਹੋਣ ਦੇ ਬਾਵਜੂਦ ਬਾਗ ਜਾਂ ਟਾਈਗਰ ਕੁਝ ਲਾਲਚੀ ਲੋਕਾਂ ਦਾ ਸ਼ਿਕਾਰ ਬਣਦਾ ਜਾ ਰਿਹਾ ਹੈ। Its striped body looks very attractive. ਇਸ ਦੀ ਜਿਹੜੇ ਸਰੀਰ ਤੇ ਕਾਲੇ ਨਿਸ਼ਾਨ ਹੈਗੇ ਨੇ, ਪੱਟੀਆਂ ਹੈਗੀਆਂ, ਉਹ ਬਹੁਤ ਜ਼ਿਆਦਾ ਆਕਰਸ਼ਕ ਲੱਗਦੀਆਂ ਨੇ। Expensive coats, bags, and other wearable items are made from the hide of tiger. ਮਹਿੰਗੇ ਕੋਟ, ਬੈਗ ਤੇ ਹੋਰ ਮਹਿੰਗੀਆਂ ਚੀਜ਼ਾਂ ਪਹਿਨਣਯੋਗ ਬਾਗ ਤੋਂ ਹੀ ਲਈਆਂ ਜਾਂਦੀਆਂ ਨੇ, ਇਸ ਦੀ ਚਮੜੀ ਤੋਂ ਬਣਾਈਆਂ ਜਾਂਦੀਆਂ ਨੇ। Some superstitious people kill tigers for black magic. ਤੇ ਕੁਝ ਅੰਧ ਵਿਸ਼ਵਾਸੀ ਲੋਕ ਕਾਲੇ ਜਾਦੂ ਲਈ ਬਾਗਾਂ ਨੂੰ ਵੀ ਮਾਰਦੇ ਹਨ। In 1900, there were 1 lakh tigers in the world. ਜੀ ਹਾਂ, 1900 ਵਿੱਚ ਦੁਨੀਆ ਵਿੱਚ 1 ਲੱਖ ਬਾਗ ਸਨ। Total number of tigers in the world is reduced to 3,890. ਤੇ ਅੱਜ ਦੁਨੀਆ ਵਿੱਚ ਬਾਗਾਂ ਦੀ ਗਿਣਤੀ ਘਟ ਕੇ ਲਗਭਗ 4,000 ਤੱਕ ਰਹਿ ਗਈ ਹੈ। In 2008, there were 1,411 tigers in India. ਤੇ 2008 ਵਿੱਚ ਭਾਰਤ ਵਿੱਚ 1,411 tigers ਸੀਗੇ। Government has taken many steps to protect these animals. ਸਰਕਾਰ ਨੇ ਇਹਨਾਂ ਜਾਨਵਰਾਂ ਨੂੰ ਸੁਰੱਖਿਅਤ ਰੱਖਣ ਲਈ ਕਈ ਕਦਮ ਚੁੱਕੇ ਹਨ। Project Tiger is one of them. ਤੇ Project Tiger ਉਹਨਾਂ ਕਦਮਾਂ ਵਿੱਚੋਂ ਇੱਕ ਕਦਮ ਹੈਗਾ। ਆਓ ਪੜ੍ਹੀਏ ਪ੍ਰੋਜੈਕਟ ਟਾਈਗਰ ਦੇ ਬਾਰੇ। On April 1st, 1973, Project Tiger was started. 1 April 1973 ਨੂੰ ਪ੍ਰੋਜੈਕਟ ਟਾਈਗਰ ਸ਼ੁਰੂ ਕੀਤਾ ਗਿਆ ਸੀ। The main aim of this project was to mark the safety area and to ban the hunting of tigers. ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਸੁਰੱਖਿਆ ਖੇਤਰ ਦੀ ਨਿਸ਼ਾਨੇਦਾਰੀ ਕਰਨਾ ਤੇ ਨਾਲ ਦੀ ਨਾਲ ਬਾਗਾਂ ਦੇ ਸ਼ਿਕਾਰ ਤੇ ਪਾਬੰਦੀ ਲਾਉਣਾ ਸੀ। Initially, 9 areas were brought under this project where Jim Corbett, ਜੋ ਉੱਤਰਾਖੰਡ ਵਿੱਚ ਹੈ, ਰਣਥੰਭੌਰ ਰਾਜਸਥਾਨ, ਪਲਾਮੂ ਬਿਹਾਰ, ਕਾਨਹਾ ਮੱਧ ਪ੍ਰਦੇਸ਼, ਸੁੰਦਰਬੰਸ ਵੈਸਟ ਬੰਗਾਲ, ਮੇਲਾਘਾਟ ਮਹਾਰਾਸ਼ਟਰ, ਸਿੰਪਲੀਪਲ ਉੜੀਸਾ, ਮਾਨਸ ਅਸਾਮ, ਬੰਦੀਪੁਰ ਕਰਨਾਟਕ। ਤੇ ਸ਼ੁਰੂਆਤ ਦੇ ਵਿੱਚ ਇਸ ਪ੍ਰੋਜੈਕਟ ਅਧੀਨ 9 ਖੇਤਰ ਸਨ ਜਿਹਦੇ ਇਹ ਨਾਮ ਨੇ: ਜਿਮ ਕਾਰਬੇਟ, ਰਣਥੰਭੌਰ, ਪਲਮਾਓ, ਕਾਨਹਾ, ਸੁੰਦਰਬੰਸ, ਮੇਲਾਘਾਟ, ਸਿੰਪਲੀਪਲ, ਮਾਨਸ ਤੇ ਬੰਦੀਪੁਰ। This project ensures full protection of tigers in these areas with suitable living conditions and a right amount of food and water for their survival। ਆਏਗਾ ਬੇਟਾ, ਇੱਥੇ S ਮਿਸਿੰਗ ਹੈ। ਇਸ ਪ੍ਰੋਜੈਕਟ ਹੇਠ ਟਾਈਗਰਸ ਦੇ ਲਈ ਜਾਂ ਬਾਗਾਂ ਦੇ ਲਈ ਇਹਨਾਂ 9 ਥਾਵਾਂ ਤੇ ਲਿਵਿੰਗ ਕੰਡੀਸ਼ਨ ਜਾਂ ਜੀਣ ਦੇ ਲਈ ਜੋ ਸਾਧਨ ਚਾਹੀਦੇ ਹੁੰਦੇ ਨੇ ਉਹਨਾਂ ਦੀ ਮਨਜ਼ੂਰੀ ਵੀ ਦਿੱਤੀ ਗਈ ਸੀ ਤੇ ਉਪਲਬਧ ਵੀ ਕਰਵਾਏ ਗਏ ਸੀ, ਜਿਹਦੇ ਵਿੱਚ ਖਾਣਾ ਵੀ ਆਉਂਦਾ ਹੈ ਤੇ ਪਾਣੀ ਵੀ ਆਉਂਦਾ ਹੈ। ਸਹੀ ਮਾਤਰਾ ਵਿੱਚ ਭੋਜਨ ਤੇ ਪਾਣੀ ਉਪਲਬਧ ਕਰਾਇਆ ਗਿਆ ਸੀ। Today these areas have increased from 9 to 50 ਤੇ ਅੱਜ ਇਹ ਜਿਹੜੇ ਖੇਤਰ ਹੈਗੇ ਨੇ 9 ਤੋਂ ਵੱਧ ਕੇ 50 ਹੋ ਚੁੱਕੇ ਨੇ ਇਸੀ ਪ੍ਰੋਜੈਕਟ ਅਧੀਨ। ਅੱਗੇ ਚੱਲਦੇ ਹਾਂ। First question, write the names of our national animal and national bird. ਸਾਡੇ ਰਾਸ਼ਟਰੀ ਪਸ਼ੂ ਅਤੇ ਰਾਸ਼ਟਰੀ ਪੰਛੀ ਦਾ ਨਾਮ ਲਿਖੋ। ਨੈਸ਼ਨਲ ਐਨੀਮਲ ਹੈ ਟਾਈਗਰ ਤੇ ਨੈਸ਼ਨਲ ਬਰਡ ਹੈ ਪੀਕੌਕ। ਦੂਜਾ ਸਵਾਲ, ਫਰਸਟ, ਟਾਈਗਰ ਬਿਲੋਂਗਸ ਟੂ ਡੈਸ਼ ਫੈਮਿਲੀ। ਕੈਟ ਫੈਮਿਲੀ, ਟਾਈਗਰ ਬਿੱਲੀ ਦੇ ਪਰਿਵਾਰ ਨਾਲ ਸੰਬੰਧਿਤ ਹੈ। Second, a tiger's body has dash and
leopard has dash on its body। ਬਾਗ ਦੇ ਸਰੀਰ ਤੇ ਬਲੈਕ ਸਟ੍ਰਾਈਪਸ ਜਾਂ ਤੁਸੀਂ ਕਹਿ ਸਕਦੇ ਹੋ ਸਟ੍ਰਿਪਸ ਹੁੰਦੇ ਨੇ, ਪੱਟੀਆਂ ਹੁੰਦੀਆਂ ਨੇ, ਤੇ ਲੈਪਰਡ ਜਿਹਨੂੰ ਆਪਾਂ ਚੀਤਾ ਕਹੀਦਾ ਉਹਦੇ ਸਰੀਰ ਤੇ ਕਾਲੇ ਡਾਟਸ ਹੁੰਦੇ ਨੇ, ਬਲੈਕ ਡਾਟਸ ਹੁੰਦੇ ਨੇ। ਥਰਡ, till 2008 there were about dash tigers in India 1411। 2008 ਤੱਕ ਭਾਰਤ ਵਿੱਚ 1411 ਬਾਗ ਸਨ। ਅੱਗੇ ਹੈ ਵਰਲਡ ਇਨਵਾਇਰਨਮੈਂਟ ਡੇ। ਆਪਾਂ ਵਰਲਡ ਇਨਵਾਇਰਨਮੈਂਟ ਡੇ ਕਦੋਂ ਮਨਾਉਂਦੇ ਹੈਗੇ ਆ? 5 ਜੂਨ ਨੂੰ ਇਨਵਾਇਰਨਮੈਂਟ ਡੇ ਹੁੰਦਾ ਹੈ। ਅਰਥ ਡੇ ਮਨਾਇਆ ਜਾਂਦਾ ਹੈ ਧਰਤੀ ਦਿਵਸ 22 ਅਪ੍ਰੈਲ ਨੂੰ। ਇੰਟਰਨੈਸ਼ਨਲ ਟਾਈਗਰ ਡੇ ਇੱਥੇ ਗਲਤ ਦਿੱਤਾ ਹੋਇਆ ਬੱਚਿਓ, ਇਹ ਮਨਾਇਆ ਜਾਂਦਾ ਹੈ 29 ਜੁਲਾਈ ਨੂੰ। ਇੱਥੇ 25 ਜੁਲਾਈ ਲਿਖਿਆ ਹੋਇਆ, ਤੁਸੀਂ ਠੀਕ ਕਰ ਲਿਓ। ਅੰਤਰਰਾਸ਼ਟਰੀ ਟਾਈਗਰ ਦਿਵਸ ਜਾਂ ਬਾਘ ਦਿਵਸ। endangered species day ਇੱਥੇ ਲਿਖਿਆ 20 ਮਈ, ਉਹ ਠੀਕ ਹੈ। endangered ਦਾ ਮਤਲਬ ਲੁਪਤ ਹੋ ਰਹੀ ਜਿਹੜੇ ਜਾਨਵਰ ਹੈਗੇ ਨੇ ਉਹਨਾਂ ਦਾ ਦਿਵਸ ਕਦ ਮਨਾਇਆ ਜਾਂਦਾ ਹੈ? ਉਹ ਮਨਾਇਆ ਜਾਂਦਾ ਹੈ 3rd ਫਰਾਈਡੇ, ਤੀਜਾ ਜਿਹੜਾ ਹਫਤਾ ਹੁੰਦਾ ਹੈ ਉਹਦੇ ਫਰਾਈਡੇ ਨੂੰ। ਕਿਹੜੇ ਮਹੀਨੇ ਦੇ? ਮਈ ਦੇ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਹੁਣ ਆਪਾਂ ਅੱਗੇ ਚੱਲਦੇ ਹਾਂ। Activity 1, you can also help in protecting your national animal. Learn how. ਤੁਸੀਂ ਆਪਣੇ ਰਾਸ਼ਟਰੀ ਜਾਨਵਰ ਦੀ ਸੁਰੱਖਿਆ ਵਿੱਚ ਵੀ ਮਦਦ ਕਰ ਸਕਦੇ ਹੋ। ਆਓ ਸਿੱਖੀਏ ਕਿਵੇਂ। You can make tiger club in your school. ਤੁਸੀਂ ਆਪਣੇ ਸਕੂਲ ਵਿੱਚ ਟਾਈਗਰ ਕਲੱਬ ਬਣਾ ਸਕਦੇ ਹੋ। This tiger club can do many things। ਤੇ ਇਹ ਜਿਹੜੀ ਟੀਮ ਹੈ ਜਾਂ ਕਲੱਬ ਹੈਗੇ ਆ, ਜਿਹੜੇ ਮੈਂਬਰ ਹੈਗੇ ਆ, ਉਹ ਬਹੁਤ ਕੁਝ ਕਰ ਸਕਦੇ ਨੇ। You can make your parents, friends and other people aware by discussing about the endangered existence of tiger। ਬਾਘ ਜਿਹੜੇ ਖਤਰੇ ਨੂੰ ਮਹਿਸੂਸ ਕਰ ਰਹੇ ਹਨ ਤੇ ਉਹ ਜਿਸ ਸਥਿਤੀ ਵਿੱਚੋਂ ਲੰਘ ਰਹੇ ਹਨ ਉਹਨਾਂ ਬਾਰੇ ਤੁਸੀਂ ਸੁਚੇਤ ਕਰ ਸਕਦੇ ਹੋ। ਆਪਣੇ ਮਾਪਿਆਂ ਨੂੰ, ਦੋਸਤਾਂ ਨੂੰ ਤੇ ਹੋਰ ਲੋਕਾਂ ਨੂੰ ਵੀ ਜਾਗਰੂਕ ਕਰ ਸਕਦੇ ਹੋ। You can start letter writing program in which you can write letters to different people to inspire them about the safety of tigers and motivate them to avoid buying products made from the hide of tigers। ਤੁਸੀਂ ਲੈਟਰ ਜਾਂ ਚਿੱਠੀਆਂ ਲਿਖ ਕੇ ਇੱਕ ਪ੍ਰੋਗਰਾਮ ਸ਼ੁਰੂ ਕਰ ਸਕਦੇ ਹੋ ਜਿਸ ਵਿੱਚ ਤੁਸੀਂ ਵੱਖ-ਵੱਖ ਲੋਕਾਂ ਨੂੰ ਬਾਘਾਂ ਦੀ ਸੁਰੱਖਿਆ ਬਾਰੇ ਪ੍ਰੇਰਿਤ ਕਰਨ ਲਈ ਚਿੱਠੀਆਂ ਲਿਖ ਸਕਦੇ ਹੋ ਅਤੇ ਉਹਨਾਂ ਨੂੰ ਬਾਘਾਂ ਦੀ ਜਿਹੜੀ ਖਾਲ ਹੁੰਦੀ ਹੈ ਉਸ ਤੋਂ ਬਣੀਆਂ ਚੀਜ਼ਾਂ ਨਾ ਇਸਤੇਮਾਲ ਕਰਨ ਲਈ ਵੀ ਪ੍ਰੇਰਨਾ ਦੇ ਸਕਦੇ ਹੋ ਕਿਉਂਕਿ ਉਹ ਲੁਪਤ ਹੁੰਦੇ ਜਾ ਰਹੇ ਨੇ। You can help by collecting funds for Project Tiger। ਤੁਸੀਂ ਪ੍ਰੋਜੈਕਟ ਟਾਈਗਰ ਜਿਹੜਾ ਆਪਾਂ ਹੁਣੇ ਪੜਿਆ ਉਸ ਲਈ ਪੈਸੇ ਵੀ ਇਕੱਠੇ ਕਰਨ ਵਿੱਚ ਮਦਦ ਕਰ ਸਕਦੇ ਹੋ। You can also help in creating awareness about the danger of existence to some other animal by forming a club। ਤੁਸੀਂ ਹੋਰ ਜਾਨਵਰ ਜਿਹੜੇ ਖਤਰੇ ਵਿੱਚ ਹੈਗੇ ਆ ਤੁਸੀਂ ਉਹਨਾਂ ਬਾਰੇ ਵੀ ਕਲੱਬ ਬਣਾ ਸਕਦੇ ਹੋ ਤੇ ਲੋਕਾਂ ਨੂੰ ਸੁਚੇਤ ਕਰ ਸਕਦੇ ਹੋ ਕਿ ਉਹ ਕਿਹੜੇ-ਕਿਹੜੇ ਖਤਰੇ ਮਹਿਸੂਸ ਕਰ ਰਹੇ ਨੇ। For which animal would you like to create a club? ਤੇ ਤੁਸੀਂ ਕਿਸ ਜਾਨਵਰ ਲਈ ਕਲੱਬ ਬਣਾਉਣਾ ਚਾਹੋਗੇ? We will help spread awareness to save our national bird peacock। ਅਸੀਂ ਆਪਣੇ ਰਾਸ਼ਟਰੀ ਪੰਛੀ ਮੋਰ ਨੂੰ ਬਚਾਉਣ ਲਈ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰਾਂਗੇ। We will organize a club where a kid is going to sing the song Nani teri morni ko mor le gaye and ask people to guess the bird। ਹੁਣ ਅਸੀਂ ਇੱਕ ਮੁਕਾਬਲਾ ਆਯੋਜਿਤ ਕਰਾਂਗੇ ਜਿੱਥੇ ਇੱਕ ਬੱਚਾ ਇਹ ਗੀਤ ਗਾ ਰਿਹਾ ਹੋਏਗਾ ਨਾਨੀ ਤੇਰੀ ਮੋਰਨੀ ਕੋ ਮੋਰ ਲੈ ਗਏ ਅਤੇ ਲੋਕਾਂ ਨੂੰ ਪੁੱਛਾਂਗੇ ਅਨੁਮਾਨ ਲਾਓ ਵੀ ਇਹ ਕਿਹੜਾ ਪੰਛੀ ਹੈਗਾ ਜਿਹਦੀ ਗੱਲ ਕੀਤੀ ਜਾ ਰਹੀ ਹੈ ਤੇ ਉਸ ਦਾ ਆਨਸਰ ਹੈ the answer to this song is peacock। ਇਸ ਗੀਤ ਦਾ ਜਵਾਬ ਹੈ ਮੋਰ। And then we'll spread awareness about the facts related to the bird like it can't fly and normally stays on the ground। ਅਤੇ ਫਿਰ ਪੰਛੀ ਨਾਲ ਸੰਬੰਧਿਤ ਕੁਝ ਗੱਲਾਂ ਜਾਣਕਾਰੀ ਲੋਕਾਂ ਨੂੰ ਦਵਾਂਗੇ ਜਿਵੇਂ ਉਹ ਉੱਡ ਨਹੀਂ ਸਕਦਾ ਤੇ ਆਮ ਤੌਰ ਤੇ ਜ਼ਮੀਨ ਤੇ ਹੀ ਰਹਿੰਦਾ ਹੈ। It lives in the forest and eats small worms, insects or grains। ਇਹ ਜੰਗਲਾਂ ਵਿੱਚ ਰਹਿੰਦਾ ਹੈ ਤੇ ਛੋਟੇ-ਮੋਟੇ ਕੀੜੇ ਖਾਂਦਾ ਹੈ, ਅਨਾਜ ਖਾਂਦਾ ਹੈ, ਅਜਿਹੀਆਂ ਚੀਜ਼ਾਂ ਤੇ ਨਿਰਭਰ ਕਰਦਾ ਹੈ। It starts to dance when the clouds take over the sky
and as soon as the raindrops fall on earth, it looks very beautiful when it spreads out its feathers. ਜਦੋਂ ਬੱਦਲ ਅਸਮਾਨ ਤੇ ਆ ਜਾਂਦੇ ਹਨ ਤਾਂ ਇਹ ਨੱਚਣਾ ਸ਼ੁਰੂ ਕਰ ਦਿੰਦਾ ਹੈ ਅਤੇ ਜਿਵੇਂ ਹੀ ਮੀਂਹ ਦੀਆਂ ਬੂੰਦਾਂ ਧਰਤੀ ਤੇ ਡਿੱਗਦੀਆਂ ਹਨ ਤੇ ਇਹ ਆਪਣੇ ਖੰਭ ਫੈਲਾਉਂਦਾ ਹੈ ਤਾਂ ਇਹ ਬਹੁਤ ਸੁੰਦਰ ਦਿਖਾਈ ਦਿੰਦਾ ਹੈ। ਉਸ ਤੋਂ ਬਾਅਦ a kid wearing the dress of peacock will dance and people will stand around, and then I will tell them how important is it to save this bird, as it is associated with goddess Lakshmi, who is the goddess of wealth. ਤੇ ਇਸ ਤੋਂ ਬਾਅਦ ਇੱਕ ਬੱਚਾ ਮੋਰ ਦਾ ਪਹਿਨਾਵਾ ਪਹਿਨ ਕੇ ਜਾਂ ਪਾ ਕੇ ਨੱਚੇਗਾ ਤੇ ਲੋਕ ਆਲੇ ਦੁਆਲੇ ਖੜੇ ਹੋ ਜਾਣਗੇ। ਫਿਰ ਮੈਂ ਉਹਨਾਂ ਨੂੰ ਦੱਸਾਂਗੀ ਕਿ ਕਿਵੇਂ ਇਸ ਪੰਛੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ, ਮਹੱਤਵਪੂਰਨ ਹੈ, ਕਿਉਂਕਿ ਇਹ ਦੇਵੀ ਲక్ష్ਮੀ ਨਾਲ ਵੀ ਜੁੜਿਆ ਹੋਇਆ ਹੈ ਜੋ ਦੌਲਤ ਦੀ ਦੇਵੀ ਹੈਗੀ ਹੈ। Lord Krishna always wore a peacock feather in his crown. ਤੇ ਭਗਵਾਨ ਕ੍ਰਿਸ਼ਨ ਵੀ ਹਮੇਸ਼ਾ ਆਪਣੇ ਤਾਜ ਵਿੱਚ ਮੋਰ ਦਾ ਖੰਭ ਪਾਉਂਦੇ ਸਨ। Lastly, it is an important bird to the country, so it needs to be saved. ਅੰਤ ਵਿੱਚ ਇਹ ਦੇਸ਼ ਲਈ ਇੱਕ ਮਹੱਤਵਪੂਰਨ ਪੰਛੀ ਹੈ, ਇਸ ਲਈ ਇਸ ਨੂੰ ਬਚਾਉਣ ਦੀ ਲੋੜ ਹੈਗੀ ਹੈ, ਜ਼ਰੂਰਤ ਹੈਗੀ ਹੈ। ਅੱਗੇ ਗੱਲ ਕੀਤੀ ਗਈ ਹੈ ਵਾਈਟ ਟਾਈਗਰ ਜਾਂ ਚਿੱਟੇ ਬਾਘ ਦੀ। ਆ ਦੇਖੋ ਤਸਵੀਰ। In the year 1951, Shri Martandev, the Maharaja of Rewa, saw a strange baby cub during hunting. The 1951 ਸਾਲ ਵਿੱਚ ਰੀਵਾ ਦੇ ਮਹਾਰਾਜਾ ਸ਼੍ਰੀ ਮਾਰਟੰਡ ਦੇਵ ਨੇ ਸ਼ਿਕਾਰ ਦੌਰਾਨ ਇੱਕ ਅਜੀਬ ਜਿਹਾ ਜਾਨਵਰ ਦਾ ਬੱਚਾ ਦੇਖਿਆ। ਕਬ ਦਾ ਮਤਲਬ ਬੱਚਾ ਜਾਨਵਰ ਦਾ। He took the cub with him to his palace. ਤੇ ਉਹ ਬੱਚੇ ਨੂੰ ਆਪਣੇ ਨਾਲ ਆਪਣੇ ਮਹਿਲ ਲੈ ਗਏ। He named it Mohan. ਤੇ ਉਹਨਾਂ ਨੇ ਉਸ ਦਾ ਨਾਮ ਮੋਹਨ ਰੱਖਿਆ। When the cub grew up, its color was totally white. ਜਦੋਂ ਬੱਚਾ ਵੱਡਾ ਹੋ ਗਿਆ ਉਸ ਦਾ ਰੰਗ ਬਿਲਕੁਲ ਚਿੱਟਾ ਸੀ। Today, all the white tigers of the world are successors of Tiger Mohan. ਤੇ ਅੱਜ ਦੁਨੀਆ ਦੇ ਸਾਰੇ ਚਿੱਟੇ ਬਾਘ ਟਾਈਗਰ ਮੋਹਨ ਦੇ ਹੀ ਵਾਰਿਸ ਹੈਗੇ ਨੇ, ਬੱਚੇ ਹੈਗੇ ਨੇ। In this way, white tiger is India's valuable gift to the world. ਇਸ ਤਰ੍ਹਾਂ ਚਿੱਟਾ ਬਾਘ ਜਿਹੜਾ ਹੈ ਉਹ ਸੁਚੇਤ ਭਾਰਤ ਦਾ ਇੱਕ ਵੰਡ ਮੂਲ ਤੋਹਫਾ ਹੈਗਾ ਪੂਰੀ ਦੁਨੀਆ ਨੂੰ। For teacher, ਅਧਿਆਪਕ ਲਈ, different days are assigned to create awareness about animals among people. ਲੋਕਾਂ ਵਿੱਚ ਜਾਨਵਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਦਿਨ ਨਿਰਧਾਰਿਤ ਕੀਤੇ ਜਾਂਦੇ ਹਨ। On this day, students can be asked to perform different activities. ਤੇ ਇਸ ਦਿਨ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਕਰਨ ਲਈ ਕਿਹਾ ਜਾ ਸਕਦਾ ਹੈ। A few days earlier, discussions can be held to motivate the students for active participation. ਤੇ ਕੁਝ ਦਿਨ ਪਹਿਲਾਂ ਵਿਦਿਆਰਥੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਸਕਦਾ ਹੈ ਇਸ ਬਾਰੇ ਚਰਚਾ ਕਰਨ ਲਈ। ਠੀਕ ਹੈ ਬੱਚਿਓ, ਜਦੋਂ ਵੀ ਕੋਈ ਵੀ ਮਹੱਤਵਪੂਰਨ ਦਿਨ ਆ ਰਿਹਾ ਹੋ ਸਕਦਾ ਹੈ, ਤੁਸੀਂ ਇੱਕ ਕਾਰਜਕ੍ਰਮ ਕਰ ਸਕਦੇ ਹੋ ਆਪਣੇ ਸਕੂਲ ਦੇ ਵਿੱਚ। Some more birds are also facing the danger of extinction. ਕੁਝ ਹੋਰ ਪੰਛੀ ਵੀ ਲੁਪਤ ਹੋਣ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। House sparrow is one of them. ਆ ਜਿਹੜੀ ਚਿੜੀ ਹੁੰਦੀ ਹੈ ਘਰੇਲੂ ਚਿੜੀ, ਉਹ ਉਹਨਾਂ ਵਿੱਚੋਂ ਇੱਕ ਹੈ। The main reason behind their declining number is the destruction of their habitat. ਇਹਨਾਂ ਦੀ ਘਟਦੀ ਗਿਣਤੀ ਦਾ ਮੁੱਖ ਕਾਰਨ ਇਹਨਾਂ ਦੇ ਨਿਵਾਸ ਸਥਾਨਾਂ ਦਾ ਵਿਨਾਸ਼ ਹੋਣਾ ਹੈ। In the past, there were kacha houses in which they made their nests, but nowadays all houses are made of bricks and sand, leaving no space for their nests. ਪਹਿਲਾਂ ਕੱਚੇ ਘਰ ਹੁੰਦੇ ਸਨ ਜਿਨ੍ਹਾਂ ਵਿੱਚ ਉਹ ਆਪਣੇ ਆਲਣੇ ਬਣਾ ਲੈਂਦੇ ਸਨ, ਪਰ ਅੱਜਕੱਲ ਸਾਰੇ ਘਰ ਇੱਟਾਂ ਦੇ ਰੇਤ ਦੇ ਬਣੇ ਹੁੰਦੇ ਹਨ ਤੇ ਇਹਨਾਂ ਨੂੰ ਆਪਣੇ ਆਲਣੇ ਬਣਾਉਣ ਲਈ ਕੋਈ ਵੀ ਥਾਂ ਨਹੀਂ ਮਿਲਦੀ ਤੇ ਆਪਾਂ ਕੋਈ ਵੀ ਥਾਂ ਨਹੀਂ ਛੱਡੀ। Now we are familiar with the smelling and hearing power of tiger and its assessment of danger. ਹੁਣ ਅਸੀਂ ਬਾਘ ਦੇ ਸੁਣਨ,
ਤੇ ਨਾਲ ਦੀ ਨਾਲ ਸੁੰਘਣ ਦੀ ਸ਼ਕਤੀ ਬਾਰੇ ਜਾਣਕਾਰੀ ਲੈ ਚੁੱਕੇ ਹਾਂ ਤੇ ਨਾਲ ਦੀ ਨਾਲ ਇਹ ਵੀ ਦੇਖ ਚੁੱਕੇ ਹਾਂ ਵੀ ਉਹ ਕਿੰਨੇ ਖਤਰੇ ਵਿੱਚ ਹੈਗੇ ਨੇ। The birds also have an immense power to assess danger. Off ਨਹੀਂ ਆਏਗਾ। ਪੰਛੀਆਂ ਵਿੱਚ ਵੀ ਇਹ ਗੁਣ ਹੁੰਦੇ ਨੇ ਕਿ ਉਹ ਖਤਰਾ ਭਾਪ ਲੈਂਦੇ ਨੇ ਵੀ ਹੁਣ ਖਤਰਾ ਹੈਗਾ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ। They feel earthquake prior to humans. ਹਾਂਜੀ, ਉਹ ਮਨੁੱਖਾਂ ਤੋਂ ਪਹਿਲਾਂ ਭੂਚਾਲ ਮਹਿਸੂਸ ਕਰ ਲੈਂਦੇ ਹਨ। ਇੰਟਰਸਟਿੰਗ ਫੈਕਟਸ, ਦਿਲਚਸਪ ਗੱਲਾਂ। Cats are no way behind. ਬਿੱਲੀਆਂ ਪਿੱਛੇ ਨਹੀਂ ਹੈਗੀਆਂ ਇਹਨਾਂ ਗੱਲਾਂ ਤੋਂ। Cats have vision equal to humans during daytime, but in the dim light, they possess vision 6 times better than humans. ਜੇ ਆਪਾਂ ਗੱਲ ਕਰੀਏ ਮਨੁੱਖਾਂ ਤੇ ਬਿੱਲੀਆਂ ਦੀ, ਦਿਨ ਵਿੱਚ ਬਰਾਬਰ ਹੀ ਦਿਖਦਾ ਹੈ ਮਨੁੱਖ ਹੋਏ ਜਾਂ ਬਿੱਲੀ ਹੋਏ, ਪਰ ਜੇ ਆਪਾਂ ਮੱਧਮ ਰੋਸ਼ਨੀ ਦੇ ਵਿੱਚ ਗੱਲ ਕਰੀਏ ਤਾਂ ਜਿਹੜੇ ਮਨੁੱਖ ਹੁੰਦੇ ਨੇ ਉਹ ਨਹੀਂ ਦੇਖ ਪਾਉਂਦੇ ਇੰਨਾ ਵਧੀਆ, ਪਰ ਜਿਹੜੀਆਂ ਬਿੱਲੀਆਂ ਹੁੰਦੀਆਂ ਨੇ ਉਹ ਮਨੁੱਖਾਂ ਨਾਲੋਂ 6 ਗੁਣਾ ਬਿਹਤਰ ਦ੍ਰਿਸ਼ਟੀ ਰੱਖਦੀਆਂ ਨੇ। They have better smelling power as compared to us. ਤੇ ਉਹ ਉਹਨਾਂ ਕੋਲ ਬਿਹਤਰ ਸੁੰਘਣ ਦੀ ਵੀ ਸ਼ਕਤੀ ਹੈਗੀ ਹੈ ਇਨਸਾਨਾਂ ਤੋਂ। Cats sleep for 16 to 18 hours in a day. ਉਹ ਬਿੱਲੀਆਂ ਜਿਹੜੀਆਂ ਹੈਗੀਆਂ 16 ਤੋਂ 18 ਘੰਟੇ ਸੌਂਦੀਆਂ ਹਨ, but remain alert about nearby dangers even in sleep. ਪਰ ਨੀਂਦ ਵਿੱਚ ਵੀ ਨੇੜਲੇ ਖਤਰਿਆਂ ਬਾਰੇ ਸੁਚੇਤ ਰਹਿੰਦੀਆਂ ਨੇ। Cats cannot feel sweet taste. ਬਿੱਲੀਆਂ ਮਿੱਠੇ ਸਵਾਦ ਨੂੰ ਨਹੀਂ ਮਹਿਸੂਸ ਕਰ ਸਕਦੀਆਂ। Come, let us make a jigsaw puzzle. ਆਓ ਅਸੀਂ ਸਾਰੇ ਇੱਕ ਪਹੇਲੀ ਬਣਾਈਏ। ਇਹ ਹੈਗੀ ਹੈ ਪਹੇਲੀ puzzle. In this puzzle, a picture is cut to many pieces in such a way that you have to think a lot to rearrange these pieces. ਤੇ ਇਸ ਬੁਝਾਰਤ ਵਿੱਚ ਇੱਕ ਤਸਵੀਰ ਨੂੰ ਕਈ ਟੁਕੜਿਆਂ ਵਿੱਚ ਇਸ ਤਰ੍ਹਾਂ ਕੱਟਿਆ ਜਾਂਦਾ ਹੈ ਕਿ ਤੁਹਾਨੂੰ ਇਹਨਾਂ ਟੁਕੜਿਆਂ ਨੂੰ ਮੁੜ ਵਾਪਸ ਲਾਉਣ ਦੇ ਲਈ ਬਹੁਤ ਜ਼ਿਆਦਾ ਸੋਚਣਾ ਪੈਂਦਾ ਹੈ। To make this bird of puzzle, paste the photo of a particular animal on cardboard and then cut it into pieces. ਮੰਨ ਲਓ ਤੁਸੀਂ ਕੋਈ ਵੀ ਪੰਛੀ ਜਿਹਾ ਬਣਾਉਣਾ ਹੈ, ਤੁਸੀਂ ਇੱਕ ਮੋਟਾ ਜਿਹਾ ਗੱਤਾ ਲਓ, ਉਸ ਤੇ ਇਸ ਦੀ ਤਸਵੀਰ ਲਾ ਦਿਓ, ਉਸ ਤੋਂ ਬਾਅਦ ਇਹਨੂੰ ਛੋਟੇ-ਛੋਟੇ ਹਿੱਸਿਆਂ ਦੇ ਵਿੱਚ ਕੱਟ ਦਿਓ। Get the answer to this puzzle by rearranging the pieces in right answer. ਤੇ ਉਸ ਤੋਂ ਬਾਅਦ ਟੁਕੜਿਆਂ ਨੂੰ ਮੁੜ ਵਾਪਸ ਲਾ ਕੇ ਉਹਦੀ ਸਹੀ ਜਵਾਬ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਕਰ ਸਕਦੇ ਹੋ ਕਿ ਨਹੀਂ? ਇਹ ਹੁੰਦਾ ਹੈ ਜਿਗਸॉ ਪਜ਼ਲ। ਇਹ ਤੁਸੀਂ ਆਪ ਵੀ ਬਣਾ ਸਕਦੇ ਹੋ। Postal Department issues postal stamps of different animals from time to time. ਜਿਹੜਾ ਡਾਕ ਵਿਭਾਗ ਹੁੰਦਾ ਹੈ ਸਮੇਂ-ਸਮੇਂ ਤੇ ਵੱਖ-ਵੱਖ ਜਾਨਵਰਾਂ ਦੀਆਂ ਤਸਵੀਰਾਂ ਉਹ ਇਸ਼ੂ ਕਰਦਾ ਹੈ ਜਾਂ ਕੱਢਦਾ ਹੈ। You can collect these postal stamps. ਤੇ ਤੁਸੀਂ ਇਹਨਾਂ ਡਾਕ ਟਿਕਟਾਂ ਨੂੰ ਇਕੱਠਾ ਕਰ ਸਕਦੇ ਹੋ। ਆ ਦੇਖੋ ਡਾਕ ਟਿਕਟਾਂ, ਹਾਥੀ, ਸ਼ੇਰ, ਮੋਰ, postal stamps with pictures of animals. ਡਾਕ ਟਿਕਟਾਂ ਜਾਨਵਰਾਂ ਦੀਆਂ ਤਸਵੀਰਾਂ ਦੇ ਨਾਲ, ਹੈ ਕਿ ਨਹੀਂ? Things to remember. ਯਾਦ ਰੱਖਣ ਯੋਗ ਗੱਲਾਂ। Wildlife Conservation Week is celebrated from 1st October. 1 ਅਕਤੂਬਰ ਤੋਂ ਜੰਗਲੀ ਜੀਵ ਸੁਰੱਖਿਆ ਹਫਤਾ ਮਨਾਇਆ ਜਾਂਦਾ ਹੈ। Tiger is the national animal of India. Tiger ਭਾਰਤ ਦਾ ਰਾਸ਼ਟਰੀ ਜਾਨਵਰ ਹੈ ਜਾਂ ਬਾਘ ਭਾਰਤ ਦਾ ਰਾਸ਼ਟਰੀ ਜਾਨਵਰ ਹੈ। The bird sense dangers like earthquake prior to humans. ਪੰਛੀਆਂ ਨੂੰ ਮਨੁੱਖਾਂ ਤੋਂ ਪਹਿਲਾਂ ਭੂਚਾਲ ਵਰਗੇ ਖਤਰੇ ਮਹਿਸੂਸ ਹੋ ਜਾਂਦੇ ਨੇ। White tiger is India's valuable gift to the whole world. ਚਿੱਟਾ ਬਾਘ ਪੂਰੀ ਦੁਨੀਆ ਲਈ ਭਾਰਤ ਦਾ ਇੱਕ ਅਨਮੋਲ ਤੋਹਫਾ ਹੈ। Third question, fill in the blanks. ਖਾਲੀ ਥਾਵਾਂ ਭਰੋ। First, tiger is a member of dash family, cat family. ਜਿਹੜਾ ਬਾਘ ਹੈਗਾ ਉਹ ਬਿੱਲੀਆਂ ਦੇ ਪਰਿਵਾਰ ਦਾ ਇੱਕ ਹਿੱਸਾ ਹੈ। Second, there are dash on tiger's body and leopard's body is covered with dash. Black stripes on tiger's body.
ਬਾਗ ਦੀ ਜਿਹੜੇ ਸਰੀਰ ਹੈਗੇ ਉਹਦੇ ਤੇ ਕਾਲੀ ਪੱਟੀਆਂ ਹੁੰਦੀਆਂ ਨੇ ਤੇ ਚੀਤੇ ਤੇ ਕਾਲੇ ਡਾਟਸ ਹੁੰਦੇ ਨੇ। Third, in 2008 there were dash tigers in India, 1411 tigers. Fourth, a tiger can be weighed up to dash kg. ਬਾਗ ਦਾ ਜਿਹੜਾ ਸਰੀਰ ਹੈਗਾ ਉਹ 300 ਕਿਲੋਗ੍ਰਾਮ ਤੱਕ ਹੋ ਸਕਦਾ ਹੈ। Fifth, cats cannot sense dash taste, sweet taste. ਬਿੱਲੀਆਂ ਮਿੱਠਾ ਨਹੀਂ ਮਹਿਸੂਸ ਕਰ ਸਕਦੀਆਂ। Fourth question, match the following tiger reserve with the concerned state. ਜਿਹੜੇ ਟਾਈਗਰ ਰਿਜ਼ਰਵ ਨੇ ਉਹ ਕਿਹੜੇ ਰਾਜ ਵਿੱਚ ਹੈਗੇ ਨੇ, ਕਿਹੜੇ ਰਾਜ ਵਿੱਚ ਹੈਗੇ ਨੇ ਉਹਨਾਂ ਨਾਲ ਮਿਲਾਣਾ ਹੈ। ਸਭ ਤੋਂ ਪਹਿਲਾ ਹੈਗਾ ਜਿਮ ਕਾਰਬੇਟ। ਜਿਮ ਕਾਰਬੇਟ ਹੈਗਾ ਉੱਤਰਾਖੰਡ ਦੇ ਵਿੱਚ। ਸੁੰਦਰਬੰਸ ਉਹ ਹੈਗਾ ਵੈਸਟ ਬੰਗਾਲ। ਬੰਦੀਪੁਰ ਕਰਨਾਟਕ ਤੇ ਕਾਨਹਾ ਹੈਗਾ ਮੱਧ ਪ੍ਰਦੇਸ਼। Fifth question, tick the right and cross the wrong sentences. सही या गलत का निशान लाओ। सब तो पहला है a tiger can see 6 times better than human beings. ਜਿਹੜਾ ਬਾਗ ਹੈਗਾ ਉਹ ਇਨਸਾਨਾਂ ਨਾਲੋਂ 6 ਗੁਣਾ ਵਧੀਆ ਦੇਖ ਸਕਦਾ ਹੈ। ਹਾਂਜੀ ਬਿਲਕੁਲ ਠੀਕ ਹੈ। Second, cats cannot remain alert about nearby danger in sleep. ਬਿੱਲੀਆਂ ਨੀਂਦ ਵਿੱਚ ਨੇੜਲੇ ਖਤਰੇ ਬਾਰੇ ਸੁਚੇਤ ਨਹੀਂ ਰਹਿ ਸਕਦੀਆਂ, ਗਲਤ ਹੈ। Third, humans can sense the danger of earthquake better than birds. ਮਨੁੱਖ ਪੰਛੀਆਂ ਨਾਲੋਂ ਭੂਚਾਲ ਦੇ ਖਤਰੇ ਨੂੰ ਬਿਹਤਰ ਮਹਿਸੂਸ ਕਰ ਸਕਦੇ ਨੇ ਜਾਂ ਸਮਝ ਸਕਦੇ ਨੇ, ਬਿਲਕੁਲ ਗਲਤ। Fourth, we should not use products made from skin of tiger. ਸਾਨੂੰ ਬਾਗ ਦੀ ਚਮੜੀ ਤੋਂ ਬਣੇ ਜਿਹੜੇ ਚੀਜ਼ਾਂ ਹੈਗੀਆਂ ਨੇ ਉਹਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਬਿਲਕੁਲ ਠੀਕ। Fifth, a tiger cannot change its voice according to the situation. ਜਿਹੜਾ ਬਾਗ ਹੈਗਾ ਜਾਂ ਜਾਨਵਰ ਹੈਗਾ ਉਹ ਆਪਣੀ ਆਵਾਜ਼ ਨਹੀਂ ਬਦਲ ਸਕਦਾ ਸਥਿਤੀ ਅਨੁਸਾਰ, ਇਹ ਗੱਲ ਬਿਲਕੁਲ ਗਲਤ ਹੈਗੀ। Sixth question, what is the importance of celebrating Wildlife Conservation Week? ਜੰਗਲੀ ਜੀਵ ਸੁਰੱਖਿਆ ਹਫਤਾ ਮਨਾਉਣ ਦੀ ਮਹੱਤਤਾ ਕੀ ਹੈਗੀ ਹੈ? In India, Wildlife Conservation Week is celebrated from 2nd to 8th October every year with the aim to protect and preserve country's wildlife or fauna. ਭਾਰਤ ਵਿੱਚ ਜੰਗਲੀ ਜੀਵ ਸੁਰੱਖਿਆ ਹਫਤਾ ਹਰ ਸਾਲ 2 ਤੋਂ 8 ਅਕਤੂਬਰ ਤੱਕ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਕਿੰਨਾ ਜ਼ਰੂਰੀ ਹੈ ਜਾਨਵਰਾਂ ਨੂੰ ਬਚਾਉਣਾ ਤੇ ਉਹਨਾਂ ਨੂੰ ਸੁਰੱਖਿਅਤ ਰੱਖਣਾ। It is celebrated to spread awareness and make every citizen informed about the threats posed by wildlife and especially about the extinction of wildlife. ਤੇ ਇਹ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਕਿੰਨੇ ਜੀਵ ਖਤਮ ਹੋ ਚੁੱਕੇ ਨੇ, ਉਹਨਾਂ ਨੂੰ ਕੀ ਖਤਰੇ ਹੈਗੇ ਨੇ ਤੇ ਆਪਾਂ ਕਿਵੇਂ ਬਾਕੀਆਂ ਨੂੰ ਬਚਾ ਸਕਦੇ ਹਾਂ ਖਤਮ ਹੋਣ ਤੋਂ। Wildlife plays an important role in maintaining ecological balance of the nature, so it is important to protect and save the wildlife. ਜਿਹੜੇ ਜੰਗਲੀ ਜਾਨਵਰ ਹੁੰਦੇ ਨੇ ਉਹ ਕੁਦਰਤ ਵਿੱਚ ਸੰਤੁਲਨ ਬਣਾਉਣ ਵਿੱਚ ਬਹੁਤ ਮਦਦ ਕਰਦੇ ਨੇ, ਇਸ ਲਈ ਬਹੁਤ ਜ਼ਰੂਰੀ ਹੁੰਦਾ ਹੈ ਵੀ ਅਸੀਂ ਇਹਨਾਂ ਦੀ ਸੁਰੱਖਿਆ ਕਰੀਏ ਤੇ ਇਹਨਾਂ ਨੂੰ ਬਚਾ ਕੇ ਰੱਖੀਏ। ਅਗਲਾ ਕੁਐਸਚਨ ਹੈ 7th, what are the reasons behind the declining number of house sparrows? ਜਿਹੜੀ ਹਾਊਸ ਸਪੈਰੋ ਹੈਗੀ ਹੈ ਉਹਦੀ ਗਿਣਤੀ ਵਿੱਚ ਘਾਟ ਕਿਉਂ ਹੁੰਦੀ ਜਾ ਰਹੀ ਹੈ? There are many reasons behind decrease in the number of house sparrow. ਜਿਹੜੇ ਹਾਊਸ ਸਪੈਰੋ ਪੰਛੀ ਹੈਗੇ ਨੇ ਉਹਨਾਂ ਦਾ ਨੰਬਰ ਇਸ ਲਈ ਘਟਦਾ ਜਾ ਰਿਹਾ ਹੈ ਕਿਉਂਕਿ ਇਸ ਦੇ ਬਹੁਤ ਸਾਰੇ ਕਾਰਨ ਹੈਗੇ ਨੇ। In the past, ਕੱਚਾ houses were built and sparrows made their nest in those houses easily. ਪਹਿਲਾਂ ਕੱਚੇ ਘਰ ਹੁੰਦੇ ਸਨ ਤੇ ਉਹ ਪੰਛੀ ਆਪਣੇ ਆਲਣੇ ਉਹਨਾਂ ਵਿੱਚ ਬਣਾ ਲੈਂਦੇ ਸਨ। But nowadays houses are built with concrete, sand, cement and bricks. ਪਰ ਹੁਣ ਪੱਕੇ ਘਰ ਹੈਗੇ ਨੇ ਜਿਹੜੇ ਇੱਟਾਂ ਨਾਲ ਬਣਦੇ ਨੇ, ਮਿੱਟੀ ਨਾਲ, ਰੇਤੇ ਨਾਲ ਬਣਦੇ ਨੇ, ਇਸ ਕਰਕੇ ਉਹਨਾਂ ਨੂੰ ਆਪਣਾ ਆਲਣਾ ਬਣਾਉਣ ਦੀ ਕੋਈ ਵੀ ਥਾਂ ਨਹੀਂ ਮਿਲਦੀ। So sparrows don't find place for their nest. Thus, loss of suitable nesting sites and reduction in availability of food for adults and chicks both. ਨਾ ਤਾਂ ਘਰ ਬਣਾਉਣ ਦੀ ਥਾਂ, ਨਾ ਹੀ
ਭੋਜਨ ਲੈਣ ਦੀ ਥਾਂ ਉਹਨਾਂ ਨੂੰ ਕਿਤੇ ਵੀ ਦਿਸਦੀ ਹੈ। Due to rapid urbanization and high level of pollution, there is a decline in the number of house sparrows. ਤੇ ਤੇਜ਼ੀ ਨਾਲ ਵੱਧ ਰਹੀ ਜਿਹੜੇ ਆਪਾਂ ਕਹਿ ਸਕਦੇ ਆ ਪ੍ਰਦੂਸ਼ਣ ਹੈਗਾ ਜਾਂ ਫਿਰ ਸ਼ਹਿਰੀਕਰਨ ਹੈਗਾ, ਉਸ ਕਰਕੇ ਘਰਾਂ ਵਿੱਚ ਆਪਾਂ ਹੁਣ ਨਹੀਂ ਦੇਖਦੇ ਚਿੜੀਆਂ ਨੂੰ ਜਾਂ ਫਿਰ ਆਸਮਾਨ ਵਿੱਚ ਵੀ ਨਹੀਂ ਦਿਸਦੀਆਂ ਇਹ ਹੁਣ। Their habitat is also getting affected from microwave tower emissions. ਤੇ ਉਹਨਾਂ ਦਾ ਜਿਹੜਾ ਘਰ ਹੈਗਾ ਜਾਂ ਉਹਨਾਂ ਦੀ ਜਿਹੜੀ ਸਿਹਤ ਹੈਗੀ ਉਹ ਵੱਡੇ ਵੱਡੇ ਜਿਹੜੇ ਟਾਵਰ ਹੁੰਦੇ ਨੇ ਨਾ, ਬਿਜਲੀ ਦੇ ਹੋ ਗਏ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਮੋਬਾਈਲਾਂ ਦੇ, ਉਹਨਾਂ ਤੋਂ ਜਿਹੜੀਆਂ ਕਿਰਨਾਂ ਆਉਂਦੀਆਂ ਨੇ ਉਹ ਵੀ ਉਹਨਾਂ ਦੀ ਸਿਹਤ ਤੇ ਪ੍ਰਭਾਵ ਪਾਉਂਦੀਆਂ ਨੇ। ਅਗਲਾ ਕੁਐਸਚਨ, what is project tiger? project tiger ਤੋਂ ਕੀ ਭਾਵ ਹੈ? project tiger is about tiger conservation. project tiger ਜਿਹੜਾ ਹੈ ਉਹ ਬਾਗਾਂ ਨੂੰ ਬਚਾਉਣ ਦੇ ਲਈ ਸ਼ੁਰੂ ਕੀਤਾ ਗਿਆ ਹੈ। It is a program that was launched in April 1973 by the government of India. ਭਾਰਤ ਦੀ ਸਰਕਾਰ ਨੇ ਇਹਨੂੰ April 1973 ਵਿੱਚ ਸ਼ੁਰੂ ਕੀਤਾ ਸੀ। Its aim is to protect tigers from hunting and also to mark safe area for them. ਇਸ ਦਾ ਉਦੇਸ਼ ਬਾਗਾਂ ਨੂੰ ਸ਼ਿਕਾਰ ਤੋਂ ਬਚਾਉਣਾ ਅਤੇ ਉਹਨਾਂ ਲਈ ਸੁਰੱਖਿਅਤ ਖੇਤਰ ਦਾ ਨਿਰਦੇਸ਼ ਦੇਣਾ ਤੇ ਬਣਾਉਣਾ ਹੈਗਾ। Ninth question, what is the difference between a tiger and a leopard? ਬਾਗ ਅਤੇ ਚੀਤੇ ਵਿੱਚ ਕੀ ਅੰਤਰ ਹੈ? Answer ਹੈ, the main difference between a tiger's body and a leopard's is that tiger's body has black stripes and leopard has black dots on their skin. ਬਾਗ ਦੇ ਚੀਤੇ ਦੇ ਸਰੀਰ ਵਿੱਚ ਮੁੱਖ ਅੰਤਰ ਇਹ ਹੈ ਵੀ ਬਾਗ ਦੇ ਸਰੀਰ ਤੇ ਕਾਲੀਆਂ ਧਾਰੀਆਂ ਜਾਂ ਪੱਟੀਆਂ ਹੁੰਦੀਆਂ ਨੇ, ਜਦਕਿ ਚੀਤੇ ਦੀ ਸਕਿਨ ਜਾਂ ਚਮੜੀ ਤੇ ਕਾਲੀਆਂ ਬਿੰਦੀਆਂ ਹੁੰਦੀਆਂ ਨੇ। Tigers are stronger animals than leopards. ਤੇ ਟਾਈਗਰ ਜਾਂ ਬਾਗ ਜਿਹੜੇ ਹੁੰਦੇ ਨੇ ਉਹ ਚੀਤੇ ਨਾਲੋਂ ਜ਼ਿਆਦਾ ਤਾਕਤਵਰ ਜਾਨਵਰ ਹੁੰਦਾ ਹੈ। The weight of a tiger can go up to 300 kilos, whereas weight of a leopard is just about 90 kilo. ਜੇ ਆਪਾਂ ਬਾਗ ਦੇ ਸਰੀਰ ਦੇ ਭਾਰ ਦੀ ਗੱਲ ਕਰੀਏ ਤਾਂ 300 ਕਿਲੋਗ੍ਰਾਮ ਤੱਕ ਹੋ ਸਕਦਾ ਹੈ, ਜਦਕਿ ਲੈਪਰਡ ਜਾਂ ਫਿਰ ਚੀਤੇ ਦਾ ਭਾਰ ਲਗਭਗ 90 ਕਿਲੋ ਹੁੰਦਾ ਹੈ। Also, tigers are the biggest of all the big cats. ਟਾਈਗਰ ਸਾਰੀਆਂ ਵੱਡੀਆਂ ਬਿੱਲੀਆਂ ਵਿੱਚੋਂ ਸਭ ਤੋਂ ਵੱਡੇ ਹਨ। And leopards are the smallest of all the big cats. ਤੇ ਜਿਹੜਾ ਚੀਤਾ ਸਾਰੀਆਂ ਵੱਡੀਆਂ ਬਿੱਲੀਆਂ ਵਿੱਚੋਂ ਸਭ ਤੋਂ ਛੋਟਾ ਹੁੰਦਾ ਹੈ। ਅੱਗੇ ਹੈ, you can also prepare an album of your favorite animals. ਤੁਸੀਂ ਆਪਣੇ ਮਨਪਸੰਦ ਜਾਨਵਰਾਂ ਦੀ ਇੱਕ ਐਲਬਮ ਵੀ ਤਿਆਰ ਕਰ ਸਕਦੇ ਹੋ। In that album, pictures or postal stamps of that animal can be pasted, and other information like habitat, food, habits, height, weight, color, and amazing facts can be written. ਤੇ ਉਸ ਦੇ ਵਿੱਚ ਐਲਬਮ ਵਿੱਚ ਤੁਸੀਂ ਜਾਨਵਰਾਂ ਦੀ ਤਸਵੀਰ ਵੀ ਲਾ ਸਕਦੇ ਹੋ, ਡਾਕ ਟਿਕਟਾਂ ਵੀ ਚਿਪਕਾ ਸਕਦੇ ਹੋ ਤੇ ਹੋਰ ਜਾਣਕਾਰੀ ਵੀ ਲਿਖ ਸਕਦੇ ਹੋ, ਜਿਵੇਂ ਕਿ ਉਹਨਾਂ ਦੇ ਰਹਿਣ ਦਾ ਸਥਾਨ, ਭੋਜਨ, ਆਦਤਾਂ, ਕੱਦ, ਭਾਰ, ਰੰਗ ਤੇ ਹੋਰ ਗੱਲਾਂ ਜਿਹੜੀਆਂ ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਨੇ। If you like, you can draw the picture of the animals by yourself and color it also. ਜੇ ਤੁਸੀਂ ਚਾਹੋ ਤਾਂ ਤੁਸੀਂ ਜਾਨਵਰਾਂ ਦੀ ਤਸਵੀਰ ਖੁਦ ਵੀ ਬਣਾ ਸਕਦੇ ਹੋ ਤੇ ਉਹਦੇ ਵਿੱਚ ਰੰਗ ਭਰ ਸਕਦੇ ਹੋ। ਇੱਥੇ ਮੈਂ ਤੁਹਾਨੂੰ ਦੱਸ ਸਕਦੀ ਹਾਂ ਤੁਸੀਂ ਕਿਵੇਂ ਸੌਖੇ ਤਰੀਕੇ ਨਾਲ ਜਾਨਵਰ ਬਣਾ ਸਕਦੇ ਹੋ। ਜੇ ਤੁਸੀਂ ਮੱਛਲੀ ਬਣਾਉਣੀ ਹੈ ਤਾਂ ਇੰਜ ਗੋਲ ਚੱਕਰ ਬਣਾਓ, ਫਿਰ ਇੰਜ ਮਿਟਾ ਕੇ ਉਹਦੇ ਵਿੱਚ ਨਿਸ਼ਾਨ ਪਾ ਦਿਓ, ਅੱਖ ਬਣਾ ਦਿਓ, ਇਹ ਬਣਾ ਦਿਓ, ਤੇ ਆ ਬਣ ਗਈ ਤੁਹਾਡੀ ਫਿਸ਼। ਹੁਣ ਮੰਨ ਲਓ ਤੁਸੀਂ ਬਣਾਉਣਾ ਹੈਗਾ ਇੱਕ ਹਾਥੀ। ਹੁਣ ਹਾਥੀ ਬਣਾਉਣਾ ਵੀ ਬਹੁਤ ਜ਼ਿਆਦਾ ਸੌਖਾ ਹੈ। ਆ ਦੇਖੋ, ਸਭ ਤੋਂ ਪਹਿਲਾਂ ਇੱਕ ਛੋਟਾ ਗੋਲ ਚੱਕਰ ਮਾਰੋ, ਥੱਲੇ ਦੂਜਾ, ਇੱਥੇ ਦੋ ਆ ਗਏ, ਦੋ ਇੱਧਰਲੇ ਪਾਸੇ ਬਣਾ ਦਿਓ, ਦੋ ਅੱਖਾਂ, ਤੇ ਇੰਜ ਕਰਕੇ ਉਹਦੀ ਸੁੰਡ ਬਣਾ ਦਿਓ।
ਤੇ ਉਸ ਤੋਂ ਬਾਅਦ ਵਿਚਕਾਰਲੇ ਹਿੱਸੇ ਮਿਟਾ ਦਿਓ। ਜਾਂ ਤੁਸੀਂ ਇੰਜ ਕਰਕੇ ਵੀ ਬਣਾ ਸਕਦੇ ਹੋ, ਕੰਨ ਬਣਾ ਕੇ। ਇਹ ਆ ਗਈ ਸੁੰਡ ਉਹਦੀ, ਇੱਥੇ ਆ ਗਈ ਉਹਦੀ ਅੱਖ, ਤੇ ਇਹ ਆ ਗਈ ਉਹਦੀ ਪੂੰਛ। ਤੇ ਤੁਸੀਂ ਇਹਨਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਵੀ ਲਿਖ ਸਕਦੇ ਹੋ। ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗੀ ਹੋਏਗੀ। We'll meet soon. Till then, take care. Bye bye.